ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 262 ਤੇ ਅੰਕਿਤ ਜੋ ਸੁਖਮਨੀ ਸਾਹਿਬ ਦੀ ਵਿਆਖਿਆ ਸ਼ੁਰੂ ਕੀਤੀ ਹੋਈ ਸੀ ਉਸ ਨੂੰ ਅਸੀਂ ਕੰਟੀਨਿਊ ਕਰ ਰਹੇ ਹਾਂ। ਹੇ ਸੱਚੇ ਪਾਤਸ਼ਾਹ ਜੀ, ਵਿਆਖਿਆ ਕਰਨ ਸਮੇਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋਣਗੀਆਂ। ਅਣਜਾਣ ਬੱਚੇ ਸਮਝ ਕੇ ਮਾफ़ ਕਰਨਾ ਤੇ ਸ਼ੁੱਧ ਬਾਣੀ ਪੜ੍ਹਨ ਦਾ ਬਲ ਦੇਣਾ। ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। अनिक पात माया के हेत सर पर होवत जान अनेत। अनिक पात माया के हेत प्रभु नालों विगाड़ के ਇਹ ਜੀਵ ਜਿਸ ਮਾਇਆ ਹੇਤ ਜਿਸ ਮਾਇਆ ਦੇ ਲਈ ਅਨੇਕਾਂ ਪ੍ਰਕਾਰ ਦੇ ਯਤਨ ਕਰਦਾ ਹੈ। ਸਰ ਪਰ ਹੋਵਤ ਜਾਨ ਅਨੇਤ, ਸੱਚ ਜਾਣੋ ਉਹ ਯਤਨ ਸਰ ਪਰ ਮਤਲਬ ਜ਼ਰੂਰ ਹੀ, ਅਨੇਤ ਮਤਲਬ ਝੂਠੇ, ਉਹ ਯਤਨ ਸਾਰੇ ਝੂਠੇ ਸਾਬਤ ਹੁੰਦੇ ਹਨ। ਕਿ ਇਹ ਮੰਨ ਲੈਣਾ ਚਾਹੀਦਾ ਹੈ ਕਿ ਅਨੇਕਾਂ ਕਿਸਮ ਦੇ ਸੰਸਾਰੀ ਚੀਜ਼ਾਂ ਦੇ ਪਿਆਰ ਛੇਤੀ ਹੀ ਨਾਸ ਹੋਣ ਵਾਲੇ ਹਨ। ਉਸਦੇ ਸਾਰੇ ਯਤਨ ਸਾਰੇ ਵਿਅਰਥ ਜਾਂਦੇ ਹਨ। ਬਿਰਖੀ ਛਾਇਆ ਸਿਓ ਰੰਗ ਲਾਵੇ, ਉਹ ਬਿਨਸੇ ਉਹ ਮਨ ਪਛਤਾਵੇ। ਦਰਖਤ ਦੀ ਛਾਂ ਦੇ ਨਾਲ ਪ੍ਰੇਮ ਲਾਉਣ ਵਾਲਾ ਮਨੁੱਖ ਛਾਂ ਦੇ ਮੁੱਕਣ 'ਤੇ ਮਨ ਵਿੱਚ ਵਿਅਰਥ ਹੀ ਅਫਸੋਸ ਕਰਦਾ ਹੈ। ਬਿਰਖੀ ਛਾਇਆ ਸਿਓ ਰੰਗ ਲਾਵੇ, ਜੋ ਉਸ ਬਿਰਖ ਦੀ ਛਾਂ ਦੇ ਨਾਲ ਪਿਆਰ ਪਾਉਂਦਾ ਹੈ, ਉਹ ਬਿਨਸੇ ਉਹ ਮਨ ਪਛਤਾਵੇ। ਜਦੋਂ ਉਹ ਛਾਂ ਖਤਮ ਹੋ ਜਾਂਦੀ ਹੈ ਤਾਂ ਉਹ ਅਫਸੋਸ ਕਰਦਾ ਹੈ। ਜੋ ਦਿਸੈ ਸੋ ਚਾਲਨਹਾਰ, ਲਪਟ ਰਿਓ ਤੈ ਅੰਧ ਅੰਧਾਰ। ਇਹ ਜੋ ਕੁਝ ਵੀ ਦਿਸ ਰਿਹਾ ਹੈ ਉਹ ਸਾਰਾ ਸਮਾਪਤ ਹੋਣ ਵਾਲਾ ਹੈ। ਜੋ ਦਿਸੇ ਸੋ ਚਾਲਨਹਾਰ, ਸਭ ਕੁਝ ਸਮਾਪਤ ਹੋਣ ਵਾਲਾ ਹੈ। ਲਪਟ ਰਿਓ ਤੈ ਅੰਧ ਅੰਧਾਰ, ਪਰ ਇਹ ਅੰਨਾ ਬੰਦਾ ਅੰਧ ਅੰਧਾਰ, ਇਹ ਅੰਨਾ ਬੰਦਾ ਉਸੇ ਨਾਲ ਚਿੰਬੜ ਰਿਹਾ ਹੈ। ਬਟਾਊ ਸਿਓ ਜੋ ਲਾਵੇ ਨੇ, ਤਾਕੋ ਹਾਥ ਨਾ ਆਵੇ ਕੇ। ਬਟਾਊ ਮੁਸਾਫਰ, ਜੋ ਮਨੁੱਖ ਮੁਸਾਫਰ ਨਾਲ ਪ੍ਰੀਤ ਜੋੜਦਾ ਹੈ। ਬਟਾਊ ਹਰ ਕਿਸੇ ਨੇ ਇੱਥੋਂ ਚਲੇ ਜਾਣਾ, ਅਸੀਂ ਸਾਰੇ ਮੁਸਾਫਰ ਹਾਂ। ਅਗਰ ਅਸੀਂ ਮੁਸਾਫਰ ਦੇ ਨਾਲ ਪ੍ਰੀਤ ਜੋੜਾਂਗੇ ਤਾਕੋ ਹਾਥ ਨਾ ਆਵੇ ਕੇ, ਤਾਂ ਉਸਦੇ ਹੱਥ ਵਿੱਚ ਕੁਝ ਨਹੀਂ ਆਉਂਦਾ। ਜਿਵੇਂ ਕੋਈ ਅਮੀਰ ਹੈ ਜਾਂ ਜਿਵੇਂ ਕੋਈ ਉੱਚੀ ਡੈਜ਼ਿਗਨੇਸ਼ਨ 'ਤੇ ਲੱਗਾ ਹੈ, ਉਹ ਸਭ ਬਟਾਊ ਹੈ, ਸਭ ਮੁਸਾਫਰ ਹਨ। ਸਾਰਿਆਂ ਨੇ ਇੱਥੇ ਜ਼ਿੰਦਗੀ ਵਿੱਚ ਆਉਣਾ ਹੈ ਔਰ ਇੱਥੋਂ ਚਲੇ ਜਾਣਾ ਹੈ। ਪਰ ਅਸੀਂ ਮਾਇਆ ਦੇ ਲਈ ਅਸੀਂ ਹਰ ਕਿਸੇ ਦੀ ਚਮਚਾਗਿਰੀ ਕਰਨ ਵਿੱਚ ਲੱਗੇ ਹੋਏ ਹਾਂ। ਅਸੀਂ ਉਹਨਾਂ ਸਾਰੇ, ਉਹ ਵੀ ਮੁਸਾਫਰ ਹਨ, ਅਸੀਂ ਵੀ ਮੁਸਾਫਰ ਹਾਂ, ਪਰ ਅਸੀਂ ਉਹਨਾਂ ਨਾਲ ਜ਼ਿਆਦਾ ਪ੍ਰੀਤ ਜੋੜਦੇ ਹਾਂ ਕਿਉਂਕਿ ਉਹਨਾਂ ਨਾਲ ਸਾਡੇ ਸੰਸਾਰਿਕ ਕਾਰ ਵਿਹਾਰ ਸਾਡੇ ਸਿੱਧ ਹੁੰਦੇ ਹਨ। ਪਰ ਜੋ ਵੀ ਉਸ ਨਾਲ ਇਸ ਤਰ੍ਹਾਂ ਮੁਸਾਫਰਾਂ ਨਾਲ ਵੀ ਪ੍ਰੀਤ ਲਾਉਂਦਾ ਹੈ, ਉਹ ਸਭ ਚੱਲਣਹਾਰ ਹਨ, ਸਭ ਇੱਥੋਂ ਚਲੇ ਜਾਣੇ, ਸਭ ਖਤਮ ਹੋ ਜਾਣਾ ਹੈ। ਤਾਕੋ ਹਾਥ ਨਾ ਆਵੇ ਕਿ ਉਸਦੇ ਹੱਥ ਵਿੱਚ ਕੁਝ ਨਹੀਂ ਆਉਂਦਾ। ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ, ਕਰ ਕਿਰਪਾ ਨਾਨਕ ਆਪ ਲੈ ਲਾਈ। ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਕਿ ਹੇ ਮਨ, ਪਰਮਾਤਮਾ ਦੇ ਨਾਮ ਦੀ ਪ੍ਰੀਤ ਸੁਖ ਦੇਣ ਵਾਲੀ ਹੈ। ਮਨ ਹਰ ਕੇ ਨਾਮ ਕੀ ਪ੍ਰੀਤ, ਪਰਮਾਤਮਾ ਦੇ ਨਾਮ ਦੀ ਪ੍ਰੀਤ ਸੁਖਦਾਈ ਹੈ, ਸੁਖ ਦੇਣ ਵਾਲੀ ਹੈ। ਕਰ ਕਿਰਪਾ ਨਾਨਕ ਆਪ ਲੈ ਲਾਈ, ਪਰ ਇਹ ਪ੍ਰੀਤ ਉਹ ਆਪ ਹੀ ਕਿਰਪਾ ਕਰਕੇ ਜੀਵ ਨੂੰ ਲਾ ਦਿੰਦਾ ਹੈ। ਇਹ ਪ੍ਰੀਤ ਕਦੋਂ ਪੈਂਦੀ ਹੈ? ਜਦੋਂ ਸਤਿਗੁਰ ਸੱਚੇ ਪਾਤਸ਼ਾਹ ਜੀ, ਸਤਿਗੁਰ ਮਹਾਰਾਜ ਜਦੋਂ ਸਾਡੇ ਜੀਵਾਂ ਉੱਤੇ ਕਿਰਪਾ ਕਰਦੇ ਹਨ ਤਾਂ ਇਹ ਪ੍ਰੀਤ ਉਦੋਂ ਹੀ ਪੈਂਦੀ ਹੈ। ਮਿਥਿਆ ਤਨ ਧਨ ਕੁਟੰਬ ਸਬਾਇਆ, ਇਹ ਸਰੀਰ, ਤਨ, ਇਹ ਧਨ ਤੇ ਕੁਟੰਬ, ਇਹ ਸਾਰਾ ਪਰਿਵਾਰ ਸਭ ਝੂਠੇ ਹਨ, ਸਭ ਨਾਸਵੰਤ ਹਨ। ਮਿਥਿਆ ਹੋਮੇ ਮਮਤਾ ਮਾਇਆ, ਹੋਮੇ ਇਹ ਅਹੰਕਾਰ, ਮਮਤਾ, ਮੈਂ, ਮੇਰੀ ਤੇ ਮਾਇਆ ਆਦਿਕ ਸਭ ਝੂਠੇ ਹਨ। ਮਿਥਿਆ ਰਾਜ ਜੋਵਨ ਧਨ ਮਾਲ, ਇਹ ਰਾਜ, ਜਵਾਨੀ, ਧਨ ਤੇ ਮਾਲ ਇਹ ਸਭ ਨਾਸਵੰਤ ਹਨ। ਮਿਥਿਆ ਕਾਮ ਕ੍ਰੋਧ ਵਿਕਰਾਲ, ਇਹ ਕਾਮ ਅਤੇ ਭਿਆਨਕ ਕ੍ਰੋਧ ਵੀ ਨਾਸਵੰਤ ਹਨ। ਮਿਥਿਆ ਰਥ ਹਸਤੀ ਅਸਵ ਵਸਤਾ, ਇਹ ਰਥ, ਹਾਥੀ, ਘੋੜੇ ਅਤੇ ਬਸਤਰ ਇਹ ਸਭ ਨਾਸਵੰਤ ਹਨ। ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ, ਮਾਇਆ ਦੇ ਰੰਗ ਵੇਖ ਕੇ ਖੁਸ਼ੀਆਂ ਨਾਲ ਹੱਸਣਾ ਵੀ ਸਭ ਝੂਠਾ ਹੈ। ਮਿਥਿਆ ਧਰੋ ਮੋਹ ਅਭਿਮਾਨ, ਧਰੋ ਦੂਜਿਆਂ ਨਾਲ ਧੋਖਾ ਕਰਨਾ, ਮੋਹ ਅਹੰਕਾਰ ਅਤੇ ਆਪਣੇ ਆਪ ਉੱਤੇ ਫਕਰ ਕਰਨਾ ਵੀ ਝੂਠੇ ਹਨ।
मिथ्या आपस ऊपर करत गुमान, अपने आप ऊपर फकर करना, अपने आप ऊपर हंकार करना भी सब मिथ्या है, सब झूठे हैं। अस्थिर भगत साध की शरण, परमात्मा दी भगती ते नेक बंदियां दी संगत सदा रहन वाली है। नानक जप जप जीवे हर के चरण, गुरु नानक साहब फरमाउंदे हन, परमात्मा दे चरनां नूं बार बार जपन वाला असल तौर ते जिउंदा है। मिथ्या श्रवण पर निंदा सुने, ਉਹ ਕੰਨ ਵਿਅਰਥ ਹਨ ਜੋ ਪਰਾਈ ਨਿੰਦਾ ਸੁਣਦੇ ਹਨ। ਸ਼ਰਵਣ ਜੋ ਪਰਾਈ ਨਿੰਦਾ ਸੁਣਦੇ ਹਨ, ਉਹ ਕੰਨ ਵਿਅਰਥ ਹਨ। ਮਿਥਿਆ ਹਸਤ ਪਰ ਦਰਬ ਕੋ ਹਿਰੇ, ਤੇ ਉਹ ਹੱਥ ਹਸਤ ਹੱਥ, ਉਹ ਹੱਥ ਵੀ ਵਿਅਰਥ ਹਨ ਜੋ ਪਰਾਏ ਧਨ ਨੂੰ ਚੁਰਾਉਂਦੇ ਹਨ। ਮਿਥਿਆ ਨੇਤਰ ਪੇਖਤ ਪਰ ਤਰੇ ਰੂਪਾਤ, ਉਹ ਅੱਖਾਂ ਵਿਅਰਥ ਹਨ। ਨੇਤਰ ਅੱਖਾਂ, ਉਹ ਅੱਖਾਂ ਵਿਅਰਥ ਹਨ। ਪੇਖਤ ਜੋ ਦੇਖਦੀਆਂ ਹਨ, ਪਰਾਈ ਇਸਤਰੀ ਦੇ ਰੂਪ ਅਤੇ ਖੂਬਸੂਰਤੀ ਨੂੰ ਵੇਖਦੀਆਂ ਹਨ। ਮਿਥਿਆ ਰਸਨਾ ਭੋਜਨ ਅਨੁਸਵਾਦ, ਉਹ ਜੀਵ ਵੀ ਵਿਅਰਥ ਹੈ, ਨਿਕੰਮੀ ਹੈ, ਜੋ ਖਾਣ ਪੀਣ ਆਦਿ ਦੇ ਹੋਰ ਸਵਾਦਾਂ ਵਿੱਚ ਲੱਗੀ ਹੋਈ ਹੈ। ਮਿਥਿਆ ਚਰਨ ਪਰ ਵਿਕਾਰ ਕੋ ਧਾਵੇ, ਉਹ ਪੈਰ ਵਿਅਰਥ ਹਨ। ਚਰਨ ਪੈਰ, ਉਹ ਪੈਰ ਵਿਅਰਥ ਹਨ ਜੋ ਦੂਸਰੇ ਦਾ ਬੁਰਾ ਕਰਨ ਵਾਸਤੇ ਦੌੜਦੇ ਹਨ। ਮਿਥਿਆ ਮਨ ਪਰ ਲੋਭ ਲੁਭਾਵੇ, ਉਹ ਮਨ ਬੇਕਾਰ ਹੈ। ਮਿਥਿਆ ਮਨ ਪਰ ਲੋਭ ਲੁਭਾਵੇ, ਜੋ ਪਰਾਏ ਧਨ ਦੇ ਲੋਭ ਵਿੱਚ ਲੁਭਾਏਮਾਨ ਹੁੰਦਾ ਹੈ। ਮਿਥਿਆ ਤਨ ਨਹੀਂ ਪਰਉਪਕਾਰਾ, ਉਹ ਸਰੀਰ ਵਿਅਰਥ ਹੈ ਜੋ ਕਿਸੇ ਦਾ ਭਲਾ ਨਹੀਂ ਕਰਦਾ। ਮਿਥਿਆ ਬਾਸ ਲੇਤ ਬਿਕਾਰਾ, ਉਹ ਨੱਕ ਵਿਅਰਥ ਹੈ ਜੋ ਵਿਕਾਰਾਂ ਦੀ ਵਾਸ਼ਨਾ ਲੈਂਦਾ ਹੈ। ਬਾਸ ਵਿਕਾਰਾਂ ਦੀ ਵਾਸ਼ਨਾ ਲੈਂਦਾ ਹੈ, ਸੁੰਘਦਾ ਹੈ। ਬਿਨ ਬੂਝੇ ਮਿਥਿਆ ਸਭ ਭਏ, ਬੁਰਾ ਭਲਾ ਸਮਝਣ ਤੋਂ ਬਿਨਾਂ ਸਾਰੇ ਅੰਗ ਨਿਸ਼ਫਲ ਹਨ, ਸਾਰੇ ਅੰਗ ਵਿਅਰਥ ਹਨ। ਬਿਨ ਬੂਝੇ ਮਿਥਿਆ ਸਭ ਭਏ, ਜੋ ਬੁਰਾ ਭਲਾ ਨਹੀਂ ਸਮਝਦੇ। ਸਫਲ ਦੇ ਨਾਨਕ ਹਰ ਹਰ ਨਾਮ ਲਈ, ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ ਕਿ ਉਹ ਸਰੀਰ ਸਫਲਾ ਹੈ ਜੋ ਪਰਮਾਤਮਾ ਦਾ ਨਾਮ ਜਪਦਾ ਹੈ। ਸਫਲ ਦੇ ਉਹ ਸਰੀਰ ਸਫਲਾ ਹੈ, ਨਾਨਕ ਹਰ ਹਰ ਨਾਮ ਲਏ, ਜੋ ਪਰਮਾਤਮਾ ਦਾ ਨਾਮ ਜਪਦਾ ਹੈ। ਬਿਰਥੀ ਸਾਕਤ ਕੀ ਆਰਜਾ, ਸਾਚ ਬਿਨਾ ਕੈ ਹੋਵਤ ਸੂਚਾ। ਜੋ ਪ੍ਰਭੂ ਨੂੰ ਨਹੀਂ ਮੰਨਦਾ, ਬਿਰਥੀ ਸਾਕਤ ਕੀ ਆਰਜਾ, ਜੋ ਪ੍ਰਭੂ ਨੂੰ ਨਹੀਂ ਮੰਨਦਾ ਉਸਦੀ ਜ਼ਿੰਦਗੀ ਵਿਅਰਥ ਹੈ, ਬਿਰਥੀ ਹੈ। ਸਾਚ ਬਿਨਾ ਕੈ ਹੋਵਤ ਸੂਚਾ, ਸੱਚ ਤੋਂ ਬਿਨਾ ਭਲਾ ਉਹ ਕਿਸ ਤਰ੍ਹਾਂ ਸੁੱਚਾ ਹੋ ਸਕਦਾ ਹੈ। ਇਸ ਅਸ਼ਟਪਦੀ ਨੂੰ ਬਿਆਨ ਕਰਦੀ ਇੱਕ ਸਾਖੀ ਹੈ। ਬਿਰਥੀ ਸਾਕਤ ਕੀ ਆਰਜਾ, ਸਾਚ ਬਿਨਾ ਕੈ ਹੋਵਤ ਸੂਚਾ, ਕਿ ਵਾਹਿਗੁਰੂ ਤੋਂ ਜੋ ਬੇਮੁਖ ਹੈ ਉਸ ਬੰਦੇ ਦੀ ਸਾਰੀ ਉਮਰ ਹੀ ਵਿਅਰਥ ਹੈ। ਆਰਜਾ ਉਮਰ, ਉਸ ਬੰਦੇ ਦੀ ਸਾਰੀ ਉਮਰ ਹੀ ਵਿਅਰਥ ਹੈ ਜੋ ਵਾਹਿਗੁਰੂ ਤੋਂ ਬੇਮੁਖ ਹੈ। ਸਾਚ ਬਿਨਾ ਕੈ ਹੋਵਤ ਸੂਚਾ, ਕਿ ਸੱਚ ਨਾਮ ਸਿਮਰਨ ਤੋਂ ਬਿਨਾ, ਸਾਚ ਬਿਨਾ ਕੈ ਹੋਵਤ ਸੂਚਾ, ਸੱਚ ਰੂਪੀ ਸਿਮਰਨ ਤੋਂ ਬਿਨਾ ਕਿਸ ਤਰ੍ਹਾਂ ਸੁੱਚਾ ਪਵਿੱਤਰ ਹੋ ਸਕਦਾ ਹੈ। ਕਿ ਸਾਨੂੰ ਸਿਮਰਨ ਦੀ ਇਹ ਮਹਾਨਤਾ ਦੱਸਦੀ ਹੈ ਅਸ਼ਟਪਦੀ, ਕਿ ਅਸੀਂ ਸਿਮਰਨ ਤੋਂ ਬਗੈਰ ਕਿਸ ਤਰ੍ਹਾਂ ਸੱਚੇ ਸੁੱਚੇ ਹੋ ਸਕਦੇ ਹਾਂ। ਇਸ ਦੀ ਇੱਕ ਸਾਖੀ ਹੈ। ਇੱਕ ਮਹਾਤਮਾ ਸਨ, ਉਹਨਾਂ ਦਾ ਇੱਕ ਸੇਵਕ ਸੀ। ਉਹ ਮਹਾਤਮਾ ਪਾਸ ਆ ਕੇ ਸੇਵਾ ਕਰਿਆ ਕਰਦਾ ਸੀ। ਉਸ ਦਾ ਨਿਯਮ ਸੀ ਕਿ ਰੋਜ਼ ਜਾ ਕੇ ਉਸਨੇ ਝਾੜੂ ਫੇਰਨਾ ਹੈ, ਫਿਰ ਉਸਨੇ ਨਿਤਨੇਮ ਕਰਨਾ ਹੈ ਅਤੇ ਫਿਰ ਉਹ ਵਾਪਸ ਘਰ ਆਉਂਦਾ ਸੀ। ਇੱਕ ਦਿਨ ਉਸਨੂੰ ਝਾੜੂ ਫੇਰਦੇ ਫਿਰਦੇ ਮਨ ਵਿੱਚ ਸ਼ੰਕਾ ਹੋਈ ਕਿ ਜੇ ਅਸੀਂ ਆਪ ਹੀ ਬ੍ਰਹਮਾ ਦਾ ਰੂਪ ਹਾਂ ਅਤੇ ਸਾਨੂੰ ਨਿਤਨੇਮ ਕਰਨ ਦੀ ਕੀ ਲੋੜ ਹੈ। ਤਾਂ ਮਹਾਤਮਾ ਨੇ ਕਿਹਾ ਕਿ ਇਸ ਦਾ ਉੱਤਰ ਅਸੀਂ ਫੇਰ ਦੇਵਾਂਗੇ।
ਜਿਵੇਂ ਕੋਈ ਸਾਖੀ ਹੋਏਗੀ, ਉਸਨੇ ਸੁਣੀ ਹੋਏਗੀ ਕਿ ਇਹ ਸਭ ਦੇ ਘੱਟ ਘੱਟ ਵਿੱਚ ਭਗਵਾਨ ਸਭ ਵਿੱਚ ਵਸਦਾ ਹੈ। ਮਤਲਬ ਕਿ ਉਸਨੂੰ ਲੱਗਾ ਕਿ ਸਾਡੇ ਸਾਰਿਆਂ ਵਿੱਚ ਭਗਵਾਨ ਹੈ, ਤਾਂ ਫਿਰ ਸਾਨੂੰ ਰੋਜ਼ ਨਿਤਨੇਮ ਕਰਨ ਦੀ ਕੀ ਲੋੜ ਹੈ? ਉਸਨੇ ਇਹ ਸਵਾਲ ਕੀਤਾ। ਤੇ ਇੱਕ ਦਿਨ ਮਹਾਤਮਾ ਪਾਸ ਆਇਆ, ਉਹ ਝਾੜੂ ਦੇ ਰਿਹਾ ਸੀ। ਮਹਾਤਮਾ ਨੇ ਕਿਹਾ, ਝਾੜੂ ਛੱਡ, ਅਸੀਂ ਨਾ ਸੰਤ ਆਏ ਹੋਏ ਹਨ ਕੁਝ ਦੂਰੀ 'ਤੇ, ਅਸੀਂ ਜਾ ਕੇ ਉਹਨਾਂ ਦੇ ਦਰਸ਼ਨ ਕਰ ਆਈਏ। ਉਹ ਉੱਥੇ ਗਏ, ਉਹਨਾਂ ਨੇ ਅੰਮ੍ਰਿਤ ਵੇਲੇ ਉੱਠ ਕੇ ਉਹਨਾਂ ਕੋਲ ਗਏ, ਉਹਨਾਂ ਦੇ ਸੇਵਾ ਕੀਤੀ। ਫਿਰ ਉਹਨਾਂ ਨੇ ਕਿਹਾ ਕਿ ਇੱਥੇ ਰਸਤੇ ਵਿੱਚ ਇੱਕ ਹੋਰ ਸੇਵਕ ਹੈ, ਉਸਨੂੰ ਵੀ ਮਿਲ ਆਈਏ। ਉਸਨੂੰ ਵੀ ਮਿਲਣ ਚਲ ਗਏ। ਰਸਤੇ ਵਿੱਚ ਉਸ ਸ਼ਰਧਾਲੂ ਨੂੰ ਬੁਖਾਰ ਚੜ੍ਹ ਗਿਆ ਅਤੇ ਉਸਨੂੰ 2 ਦਿਨ ਉੱਥੇ ਲੱਗੇ। ਉੱਥੇ 2 ਦਿਨ ਰਿਹਾ ਅਤੇ ਫਿਰ ਉਸ ਤੀਸਰੇ ਦਿਨ ਉਹ ਵਾਪਸ ਆ ਗਏ। ਅਤੇ ਉਸ ਤੋਂ ਅਗਲੇ ਦਿਨ ਜਦੋਂ ਉਹ ਆਇਆ ਤਾਂ ਉਸਨੇ ਕੁਟੀਆ ਦੀ ਹਾਲਤ ਦੇਖੀ ਕਿ ਉੱਥੇ ਤਾਂ ਪੱਤੇ, ਕੂੜਾ ਕਚਰਾ ਬਹੁਤ ਖਿਲਰਿਆ ਹੋਇਆ ਸੀ। ਪੱਤੇ ਸਾਰੇ ਸੁੱਕ ਸੁੱਕ ਕੇ ਉੱਥੇ ਡਿੱਗੇ ਸੀ, ਬਹੁਤ ਖਿਲਾਰਾ ਪਿਆ ਹੋਇਆ ਸੀ। ਤਾਂ ਉਸਨੇ ਭਗਤ ਜੋ ਸ਼ਰਧਾਲੂ ਸੀ, ਉਸਨੇ ਝਾੜੂ ਹੱਥ ਵਿੱਚ ਲਿਆ ਅਤੇ ਝਾੜੂ ਦੇਣ ਲੱਗਾ। ਅਤੇ ਮਹਾਤਮਾ ਕਹਿੰਦੇ ਹਨ ਕਿ ਤੂੰ ਝਾੜੂ ਕਿਉਂ ਦੇ ਰਿਹਾ, ਤੂੰ ਆਰਾਮ ਨਾਲ ਬੈਠ। ਅਤੇ ਉਹ ਕਹਿੰਦਾ ਕਿ 4-5 ਦਿਨ ਅਸੀਂ ਬਾਹਰ ਗਏ ਸੀ, ਝਾੜੂ ਨਹੀਂ ਫੇਰਿਆ ਤਾਂ ਪੱਤੇ ਡਿੱਗੇ ਹੋਏ ਹਨ, ਕੂੜਾ ਕਰਕਟ ਖਿਲਰਿਆ ਹੋਇਆ ਹੈ, ਬੈਠਣ ਨੂੰ ਵੀ ਦਿਲ ਨਹੀਂ ਕਰਦਾ। ਤਾਂ ਮਹਾਤਮਾ ਨੇ ਕਿਹਾ, ਤੂੰ ਆਪਣੇ ਸਰੀਰ ਦਾ ਹਾਲ ਦੱਸ, ਤੂੰ ਠੀਕ ਹੈ, ਤੇਰਾ ਬੁਖਾਰ ਠੀਕ ਹੈ? ਉਹ ਕਹਿੰਦਾ, ਬਸ ਠੀਕ ਹਾਂ, ਪਰ ਥੋੜ੍ਹੀ ਕਮਜ਼ੋਰੀ ਆ ਗਈ ਹੈ ਅਤੇ ਇਸ਼ਨਾਨ ਨਹੀਂ ਕੀਤਾ, ਸਰੀਰ 'ਚੋਂ ਬਦਬੂ ਆ ਰਹੀ ਹੈ। ਤਾਂ ਮਹਾਤਮਾ ਨੇ ਕਿਹਾ ਕਿ ਬਦਬੂ ਆ ਰਹੀ ਹੈ ਤਾਂ ਫਿਰ ਕੀ ਹੋਇਆ? ਤੂੰ ਤਾਂ ਆਪ ਹੀ ਬ੍ਰਹਮ ਹੈ, ਤੈਨੂੰ ਇਸ ਇਸ਼ਨਾਨ ਦੀ ਕੀ ਲੋੜ ਹੈ ਅਤੇ ਤੈਨੂੰ ਇੱਥੇ ਝਾੜੂ ਮਾਰਨ ਦੀ ਕੀ ਲੋੜ ਹੈ? ਅਤੇ ਇਹ ਘਰ-ਬਾਰ ਦੀ ਸਫਾਈ, ਆਸੇ-ਪਾਸੇ ਦੀ ਸਫਾਈ ਅਤੇ ਸਰੀਰ ਦੀ ਪਵਿੱਤਰਤਾ, ਇਸ ਤੋਂ ਬਿਨਾਂ ਵੀ ਤਾਂ ਅਸੀਂ ਆਪਣਾ ਮਨ ਟਿਕਾ ਸਕਦੇ ਹਾਂ। ਪਰ ਉਹ ਕਹਿੰਦਾ ਕਿ ਇਸ ਤਰ੍ਹਾਂ ਮੈਂ ਆਪਣਾ ਮਨ ਕਿਵੇਂ ਟਿਕਾ ਸਕਦਾ ਹਾਂ? ਇਹ ਸਭ, ਮੇਰਾ ਸਰੀਰ ਵੀ ਬਦਬੂ ਆ ਰਹੀ ਹੈ, ਆਸ-ਪਾਸ ਵੀ ਸਫਾਈ ਨਹੀਂ ਹੈ, ਤਾਂ ਮੇਰਾ ਮਨ ਨਹੀਂ ਟਿਕੇਗਾ। ਤਾਂ ਮਹਾਤਮਾ ਨੇ ਕਿਹਾ ਕਿ ਤੂੰ ਮੈਨੂੰ ਜੋ ਸਵਾਲ ਕੀਤਾ ਸੀ, ਇਹ ਤੇਰੇ ਸਵਾਲ ਦਾ ਜਵਾਬ ਤੈਨੂੰ ਖੁਦ ਹੀ ਮਿਲ ਗਿਆ ਕਿ ਜਿਵੇਂ 4-5 ਦਿਨ ਝਾੜੂ ਦਿੱਤੇ ਬਿਨਾਂ ਜਗ੍ਹਾ ਦੀ ਸ਼ੁੱਧੀ ਨਹੀਂ ਅਤੇ ਇਸ਼ਨਾਨ ਤੋਂ ਬਿਨਾਂ ਸਰੀਰ ਦੀ ਸ਼ੁੱਧੀ ਨਹੀਂ, ਇਸੇ ਤਰ੍ਹਾਂ ਇਹ ਨਿੱਤ ਕਰਮ, ਜੋ ਨਿਤਨੇਮ ਜੋ ਹੈ ਉਹ ਕਰਨਾ ਸਾਡੀ ਇੱਕ ਡਿਊਟੀ ਹੈ। ਇਸ ਤੋਂ ਬਿਨਾਂ ਸਾਡੀ ਆਤਮਾ ਦੀ ਵੀ ਸ਼ੁੱਧੀ ਨਹੀਂ। ਇਸ ਲਈ ਸਾਨੂੰ ਨਿਤਨੇਮ ਜ਼ਰੂਰ ਕਰਨਾ ਚਾਹੀਦਾ ਹੈ। ਜੇ ਰੋਜ਼ ਕਥਾ ਸੁਣ ਕੇ ਅਸੀਂ ਨਾਮ ਨਹੀਂ ਜਪਾਂਗੇ ਤਾਂ ਸਾਡੀ ਆਤਮਾ ਦੀ ਕਿਵੇਂ ਸ਼ੁੱਧੀ ਹੋਏਗੀ? ਇਹ ਤੂੰ ਮੈਨੂੰ ਜੋ ਸਵਾਲ ਕੀਤਾ ਸੀ ਕਿ ਸਾਨੂੰ ਨਿਤਨੇਮ ਕਿਉਂ ਕਰਨਾ ਚਾਹੀਦਾ ਹੈ, ਇਹ ਤੇਰੇ ਸਵਾਲ ਦਾ ਹੀ ਜਵਾਬ ਹੈ ਕਿ ਬਿਰਥੀ ਸਾਕਤ ਕੀ ਆਰਜਾ, ਕਿ ਸਾਡੀ ਸਾਰੀ ਉਮਰ ਵਿਅਰਥ ਹੈ। ਉਸ ਬੰਦੇ ਦੀ ਸਾਰੀ ਉਮਰ ਵਿਅਰਥ ਹੈ ਜੋ ਵਾਹਿਗੁਰੂ ਤੋਂ ਬੇਮੁਖ ਹੈ, ਉਸਦੀ ਸਾਰੀ ਉਮਰ ਹੀ ਵਿਅਰਥ ਹੈ। ਸਾਚ ਬਿਨਾ ਕਿਆ ਹੋਵਤ ਸੂਚਾ, ਕਿ ਉਸ ਸਿਮਰਨ ਤੋਂ ਬਿਨਾਂ, ਵਾਹਿਗੁਰੂ ਦਾ ਨਾਮ ਜਪਣ ਤੋਂ ਬਿਨਾਂ ਅਸੀਂ ਕਿਵੇਂ ਸੁੱਚੇ ਰਹਿ ਸਕਦੇ ਹਾਂ? ਜਿਵੇਂ ਸਾਨੂੰ ਝਾੜੂ ਮਾਰਨਾ, ਪੋਚਾ ਮਾਰਨਾ ਸਾਡਾ ਰੋਜ਼ ਦੀ ਕਿਰਿਆ ਹੈ, ਨਹੀਂ ਤਾਂ ਇਸ ਤੋਂ ਬਗੈਰ ਆਸ-ਪਾਸ ਦਾ ਥਾਂ ਸਾਡੀ ਗੰਦਗੀ ਲੱਗੇਗੀ। ਅਸੀਂ ਨਹਾਉਣ ਤੋਂ ਬਿਨਾਂ ਵੀ ਸਾਡੇ ਸਰੀਰ 'ਚ ਗੰਦਗੀ ਹੋਏਗੀ। ਤਾਂ ਇਸੇ ਤਰ੍ਹਾਂ ਹੀ ਸਾਨੂੰ ਆਪਣੀ ਆਤਮਾ ਦੀ ਸ਼ੁੱਧੀ ਕਰਨ ਦੇ ਲਈ ਸਾਨੂੰ ਰੋਜ਼ ਨਿਤਨੇਮ ਕਰਨਾ ਹੀ ਪਏਗਾ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।